ਸੋਚ ਦੀ ਸ਼ਕਤੀ ਮੈਗਜ਼ੀਨ ਅਤੇ YouTube ਚੈਨਲ 'ਤੇ ਹਰ ਵਾਰ ਆਪ ਜੀ ਨਾਲ ਕੋਈ ਨਾ ਕੋਈ ਸ਼ਖਸੀਅਤ ਆਪ ਜੀ ਦੇ ਰੂਬਰੂ ਕਰਾਉਂਦੇ ਹਾਂ। ਇਸ ਵਾਰ ਆਪ ਜੀ ਨਾਲ ADG ਪੰਜਾਬ AS ਰਾਏ ਨਾਲ ਗੱਲ ਕਰਾਵਾਂਗੇ ਔਰ ਉਹਨਾਂ ਤੋਂ ਪੁੱਛਾਂਗੇ ਕਿ ਤੁਹਾਡਾ ਇਹ ਜੀਵਨ ਹੁਣ ਤੱਕ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ। ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹਨਾਂ ਨੂੰ ਪੁਲਿਸ ਡਿਪਾਰਟਮੈਂਟ ਵਿੱਚ ਵੀ ਬੜੇ ਪਿਆਰ ਨਾਲ, ਬੜੇ ਸਤਿਕਾਰ ਨਾਲ ਇਹਨਾਂ ਦਾ ਨਾਂ ਲਿਆ ਜਾਂਦਾ ਹੈ ਔਰ ਇੱਕ ਸ਼ਬਦ ਹੋਰ ਜੋੜਿਆ ਜਾਂਦਾ ਹੈ। ਹਰ ਇੱਕ ਇਨਸਾਨ ਇਹਨਾਂ ਨੂੰ ਇੱਕ ਸ਼ਰੀਫ ਇਨਸਾਨ ਕਹਿ ਕੇ ਪੁਕਾਰਦੇ ਹਨ। ਸੋ ਇਹਨਾਂ ਨਾਲ ਗੱਲ ਕਰਦੇ ਹਾਂ, ਇਹਨਾਂ ਦੇ ਜੀਵਨ ਬਾਰੇ, ਕਿਸ ਤਰ੍ਹਾਂ ਦਾ ਇਹਨਾਂ ਨੇ ਆਪਣੀ ਸ਼ੁਰੂਆਤ ਕਰੀ ਅਤੇ ਹੁਣ ਅੱਜ ਇਹ ਸਟੇਜ 'ਤੇ ਬੈਠੇ ਨੇ, ਇਹ ਕਿਸ ਤਰ੍ਹਾਂ ਦਾ ਸਫ਼ਰ ਰਿਹਾ। ਸੋ ਇਹਨਾਂ ਨਾਲ ਗੱਲ ਕਰਦੇ ਹਾਂ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਜਦੋਂ ਆਪਣਾ ਜਿਹੜਾ ਤੁਹਾਡਾ ਜਨਮ ਹੋਇਆ ਉਹ ਕਿਹੜੇ ਜ਼ਿਲ੍ਹੇ 'ਚ ਹੋਇਆ ਤੁਹਾਡਾ? ਜਿਹੜਾ ਮੇਰਾ ਜਨਮ ਹੈਗਾ ਉਹ 1968 ਦਾ ਜਨਮ ਹੈਗਾ। 21 ਮਈ ਦਾ ਦਿਹਾੜਾ, ਐਤਵਾਰ ਦਾ ਦਿਨ ਸੀਗਾ ਔਰ ਕੋਈ 10:10 'ਤੇ ਮੇਰਾ ਜਨਮ ਪਿੰਡ ਸ਼ਰਵਾਨੀ ਕੋਟ ਕੇਲੋਂ ਹੈਗਾ। ਇਹ ਜਦੋਂ ਆਪਾਂ ਮਲੇਰਕੋਟਲੇ ਤੋਂ ਰਾਏਕੋਟ ਨੂੰ ਜਾਂਦੇ ਹਾਂ, ਪਹਿਲਾਂ ਹੀ ਪਿੰਡ ਕੈਂਚੀਆਂ ਦੇ ਉੱਤੇ ਆਉਂਦਾ ਹੈਗਾ। ਹੁਣ ਇਹ ਪਿੰਡ ਆਪਣਾ ਮਲੇਰਕੋਟਲੇ ਕਾਉਂਸਲ ਦੇ ਵਿੱਚ ਆ ਗਿਆ ਹੈਗਾ। ਉੱਥੇ ਮੇਰਾ ਜਨਮ ਹੋਇਆ ਔਰ ਉਸ ਜਨਮ ਤੋਂ ਬਾਅਦ ਮੈਂ ਜਿਹੜੀ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕਰਨੀ ਸ਼ੁਰੂ ਕੀਤੀ ਉਹ AS ਮਾਡਲ ਸਕੂਲ ਤੋਂ ਖੰਨੇ ਤੋਂ ਸ਼ੁਰੂ ਕੀਤੀ। ਫਿਰ ਮੇਰੇ ਫਾਦਰ ਦੀ ਟਰਾਂਸਫਰ ਹੋ ਗਈ ਮੋਗੇ, ਉੱਥੇ ਮੈਂ DN ਮਾਡਲ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਔਰ 5ਵੀਂ ਦੇ ਵਿੱਚ ਜਦੋਂ ਮੈਂ ਸੀਗਾ 1979 ਦੀ ਗੱਲ ਹੈਗੀ ਆ, ਮੇਰੇ ਪੇਰੈਂਟਸ ਨੇ ਮੈਨੂੰ ਡਿਸਾਈਡ ਕੀਤਾ ਬੋਰਡਿੰਗ ਸਕੂਲ 'ਚ ਭੇਜਣ ਦਾ ਔਰ ਉਸ ਤੋਂ ਬਾਅਦ ਮੈਂ ਸੇਂਟ ਜਾਰਜਸ ਕਾਲਜ ਮਸੂਰੀ ਜੋ ਸਥਿਤ ਹੈ ਉੱਥੇ ਆਪਣੀ ਪੜ੍ਹਾਈ ਕੀਤੀ। 1985 ਤਾਈਂ ਮੈਂ ਮਸੂਰੀ ਰਿਹਾ ਔਰ 1985 ਦੇ ਵਿੱਚ ਫਿਰ ਮੈਂ ਵਾਪਸ ਆ ਗਿਆ ਇੱਥੇ ਚੰਡੀਗੜ੍ਹ ਅਤੇ ਇੱਥੇ ਆ ਕੇ ਮੈਂ ਨੌਨ ਮੈਡੀਕਲ ਦੇ ਵਿੱਚ DAV ਕਾਲਜ ਦੇ ਵਿੱਚ ਮੈਨੂੰ ਐਡਮਿਸ਼ਨ ਮਿਲੀ ਅਤੇ 11ਵੀਂ ਅਤੇ 12ਵੀਂ, ਉਦੋਂ 11ਵੀਂ 12ਵੀਂ ਨਹੀਂ ਸੀ ਕਹਿੰਦੇ, ਉਹਨੂੰ ਪ੍ਰੈਪ ਅਤੇ ਪ੍ਰੀ ਇੰਜੀਨੀਅਰਿੰਗ ਕਹਿੰਦੇ ਸੀ। ਪ੍ਰੈਪ ਅਤੇ ਪ੍ਰੀ ਇੰਜੀਨੀਅਰਿੰਗ DAV ਕਾਲਜ ਸੈਕਟਰ 10 ਚੰਡੀਗੜ੍ਹ ਤੋਂ ਕੀਤੀ। ਉਸ ਤੋਂ ਉਪਰੰਤ ਮੈਂ 12ਵੀਂ ਕਰਨ ਤੋਂ ਬਾਅਦ ਮੈਂ BA ਜੁਆਇਨ ਕਰ ਲਈ। ਹਿਸਟਰੀ ਅਤੇ ਪੋਲੀਟੀਕਲ ਸਾਇੰਸ 2 ਸਬਜੈਕਟ ਮੈਂ ਰੱਖੇ ਔਰ ਉਸ ਸਮੇਂ 10+2+3 ਸਿਸਟਮ ਨਹੀਂ ਸੀਗਾ। ਸਾਡੇ ਸਮੇਂ 4 ਸਾਲਾਂ ਦੇ ਵਿੱਚ BA ਹੋ ਜਾਂਦੀ ਸੀ ਔਰ 89 ਦੇ ਵਿੱਚ ਮੈਂ ਆਪਣੀ BA ਕੰਪਲੀਟ ਕਰ ਲਈ ਔਰ 89 'ਚ BA ਕੰਪਲੀਟ ਕਰਨ ਤੋਂ ਉਪਰੰਤ ਫਿਰ ਮੈਂ MA ਦੇ ਵਿੱਚ ਪੋਲੀਟੀਕਲ ਸਾਇੰਸ ਦਾ ਡਿਪਾਰਟਮੈਂਟ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਹੈਗਾ ਉੱਥੇ ਐਡਮਿਸ਼ਨ ਲੈ ਲਈ। 89 ਤੋਂ 91 ਤਾਈਂ ਮੈਂ MA ਦਾ ਕੰਪਲੀਟ ਕੀਤੀ ਔਰ 91 ਦੇ ਵਿੱਚ ਹੀ ਮੈਂ ਕੰਪੀਟੀਟਿਵ ਐਗਜ਼ਾਮ ਦੇਣੇ ਸ਼ੁਰੂ ਕਰ ਦਿੱਤੇ। ਮੈਂ ਸਾਰਿਆਂ ਨੂੰ ਪਹਿਲਾਂ ਪੰਜਾਬ ਸਿਵਲ ਸਰਵਿਸ ਦਾ ਐਗਜ਼ਾਮ ਦਿੱਤਾ, ਉਸ ਦੇ ਨਾਲ ਹੀ ਮੈਂ ਯੂਨੀਅਨ ਪਬਲਿਕ ਸਰਵਿਸ ਦਾ ਐਗਜ਼ਾਮ ਦਿੱਤਾ। ਪਹਿਲੇ ਮੇਰੀ PCS 'ਚ ਤਾਂ ਕਿਤੇ ਨਹੀਂ ਸਿਲੈਕਸ਼ਨ ਹੋਈ, ਪਰ ਵਾਹਿਗੁਰੂ ਦੀ ਕਿਰਪਾ ਨਾਲ ਮੇਰੇ ਪਹਿਲੇ ਅਟੈਂਪਟ 'ਚ ਹੀ ਮੈਨੂੰ ਕਸਟਮ B ਗਰੁੱਪ ਦੀ ਸਰਵਿਸ UPSC ਵੱਲੋਂ ਦਿੱਤੀ ਗਈ। ਮੈਂ ਉਸ ਤੋਂ ਬਾਅਦ ਫਿਰ ਐਗਜ਼ਾਮ ਦਿੱਤਾ ਅਤੇ ਮੈਨੇ ਇੰਡੀਅਨ ਰੈਵਨਿਊ ਸਰਵਿਸ ਮਿਲੀ। ਉਸ ਤੋਂ ਬਾਅਦ ਫਿਰ ਮੈਂ 1 ਸਾਲ ਦੀ ਐਕਸਟੈਂਸ਼ਨ ਲੈ ਕੇ ਐਗਜ਼ਾਮ ਦਿੱਤਾ ਅਤੇ ਮੈਨੂੰ IPS ਅਲਾਟ ਹੋਈ ਅਤੇ IPS 'ਚ ਮੈਨੂੰ ਜੁਆਇਨ ਕਰਨ ਲੱਗੇ ਕਾਫੀ ਦੁਵਿਧਾ ਸੀ ਕਿ ਮੈਂ IPS ਜੁਆਇਨ ਕਰਾਂ ਕਿ ਮੈਂ ਰੈਵਨਿਊ ਸਰਵਿਸ ਜੁਆਇਨ ਕਰਾਂ। ਸੈਪਟੰਬਰ 1994 ਦੇ ਵਿੱਚ IPS ਜੁਆਇਨ ਕਰ ਲਈ, ਮਸੂਰੀ ਜਾ ਕੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਔਰ ਉਸ ਤੋਂ ਬਾਅਦ ਮਸੂਰੀ ਦੀ 4 ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਸਾਡੀ 9 ਮਹੀਨੇ ਟ੍ਰੇਨਿੰਗ ਹੈਦਰਾਬਾਦ ਦੇ ਵਿੱਚ ਹੋਈ। ਹੈਦਰਾਬਾਦ ਦੀ ਟ੍ਰੇਨਿੰਗ ਤੋਂ ਬਾਅਦ ਸਾਨੂੰ ਫੀਲਡ 'ਚ ਭੇਜ ਦਿੱਤਾ ਗਿਆ ਔਰ ਮੇਰੀ ਜਿਹੜੀ ਫੀਲਡ ਡਿਊਟੀ ਰਹੀ ਉਹ ਅੰਮ੍ਰਿਤਸਰ ਤੋਂ ਸ਼ੁਰੂ ਹੋਈ। ਅਤੇ ਤੁਹਾਡੀ ਜਿਹੜੀ ਪਹਿਲੀ ਜੁਆਇਨਿੰਗ ਸੀ ਜਿੱਥੇ ਤੁਸੀਂ ਜੁਆਇਨ ਕਰਿਆ ਉਹ ਕਿਹੜਾ ਜ਼ਿਲ੍ਹਾ ਸੀ ਤੁਹਾਡਾ? ਦੇਖੋ, ਇਹ ਵੀ ਬੜਾ ਇੰਟਰਸਟਿੰਗ ਚੀਜ਼ ਆ ਜਿਹੜੀ ਮੈਂ ਤੁਹਾਡੇ ਰਾਹੀਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹਾਂਗਾ। ਜਦੋਂ ਮੈਂ ਸਰਵਿਸ ਜੁਆਇਨ ਕੀਤੀ ਔਰ ਜ਼ਿਲ੍ਹੇ ਦੇ ਵਿੱਚ ਆਇਆ
ਤੇ ਮੈਨੂੰ ਸਾਰਿਆਂ ਨਾਲੋਂ ਪਹਿਲਾਂ ਜ਼ਿਲ੍ਹਾ ਬਠਿੰਡਾ ਅਲਾਟ ਕੀਤਾ ਗਿਆ ਔਰ ਮੈਂ ਬਠਿੰਡੇ ਜਾ ਕੇ ਜੁਆਇਨ ਕਰ ਲਿਆ ਤੇ ਉਦੋਂ ਸਾਡੇ ਪੰਜਾਬ ਦੇ ਡੀਜੀਪੀ ਮਾਨਯੋਗ ਸ਼੍ਰੀ KPS ਗਿੱਲ ਸੀਗੇ ਤੇ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਕਾਲ ਔਨ ਕਰਨਗੇ, ਆਪਣਾ ਰਿਗਾਰਡ ਪੇ ਕਰਨਗੇ ਤੇ ਜਦੋਂ ਅਸੀਂ ਉਹਨਾਂ ਨੂੰ ਰਿਗਾਰਡ ਪੇ ਕਰਨਗੇ, ਮੈਨੂੰ ਹੁਣ ਵੀ ਯਾਦ ਆ ਰੋਪੜ ਦੇ ਰੈਸਟ ਹਾਊਸ ਦੇ ਵਿੱਚ ਉਹ ਸਾਨੂੰ ਮਿਲੇ, PWD ਰੈਸਟ ਹਾਊਸ ਜਿਹੜਾ ਆਪਣਾ ਸਤਲੁਜ ਦੇ ਕੰਢੇ ਹੈ, ਉੱਥੇ ਉਹ ਸਾਨੂੰ ਮਿਲੇ ਤੇ ਉਹਨਾਂ ਨੇ ਮੇਰੇ ਬੰਨੀ ਉਂਗਲ ਕਰਕੇ ਪੁੱਛਿਆ ਸਾਡੇ ਡਾਇਰੈਕਟਰ ਤੋਂ ਜਿਹੜੇ ਅਕੈਡਮੀ ਵੀ ਇਹ ਕਿੱਥੇ ਟ੍ਰੇਨਿੰਗ ਕਰਦੇ ਆ ਤੇ ਡਾਇਰੈਕਟਰ ਸਾਹਿਬ ਨੇ ਸੈਵਨ ਹੀ ਕਿਹਾ ਵੀ ਇਹ ਬਠਿੰਡੇ ਟ੍ਰੇਨਿੰਗ ਕਰਦੇ ਆ ਤੇ ਬਠਿੰਡੇ ਦਾ ਉਹਨਾਂ ਟਾਈਮ ਦੇ ਵਿੱਚ ਕੋਈ ਇੰਨਾ ਅੱਛਾ ਉਹ ਨਹੀਂ ਸੀਗਾ ਤੇ ਉਹਨਾਂ ਨੇ ਕਿਹਾ ਵੀ ਬਠਿੰਡਾ, ਜੋ ਉਹਨਾਂ ਨੇ ਇੰਗਲਿਸ਼ ਕਿਹਾ, ਉਹਨਾਂ ਨੇ ਡਾਇਰੈਕਟਰ ਸਾਹਿਬ ਤੋਂ ਪੁੱਛਿਆ ਕਿ ਇਜ਼ ਬਠਿੰਡਾ ਰਾਈਟ ਪਲੇਸ ਫॉर ਟ੍ਰੇਨਿੰਗ ਐਨ IPS ਆਫੀਸਰ ਤੇ ਡਾਇਰੈਕਟਰ ਸਾਹਿਬ ਨੂੰ ਕੁਛ ਹਜੇ ਜਵਾਬ ਨਹੀਂ ਸੀ ਦੇ ਤਾਂ ਉਹਨਾਂ ਨੇ ਦੂਜਾ ਉਹਨਾਂ ਨੇ ਕਿਹਾ ਕਿ ਆਈ ਵਾਂਟ ਹਿਮ ਟੂ ਬੀ ਇਨ ਅੰਮ੍ਰਿਤਸਰ ਇਮੀਡੀਏਟਲੀ। ਤੋ ਜਿਸ ਦਿਨ ਅਸੀਂ ਇੱਥੇ ਉਹਨਾਂ ਨੂੰ ਮਿਲਣ ਆਏ, ਮੈਨੂੰ ਅੱਜ ਵੀ ਤਰੀਕ ਯਾਦ ਆ, ਉਹ ਨਵੰਬਰ ਦੇ ਮਹੀਨੇ ਦੀ ਤਰੀਕ ਸੀਗੀ ਤੇ ਉਸੇ ਨਵੰਬਰ ਦੀ ਤਰੀਕ ਨੂੰ ਮੈਨੂੰ ਮੇਰੇ ਡਾਇਰੈਕਟਰ ਨੇ ਕਿਹਾ ਵੀ ਹੁਣ ਤੁਸੀਂ ਬਠਿੰਡੇ ਨਹੀਂ ਜਾਣਾ, ਹੁਣ ਤੁਸੀਂ ਇੱਥੋਂ ਰੋਪੜ ਤੋਂ ਸਿੱਧੇ ਅੰਮ੍ਰਿਤਸਰ ਜਾਣਾ। ਮੈਂ ਕਿਹਾ ਜੀ ਮੇਰਾ ਸਮਾਨ ਬਠਿੰਡੇ ਪਏ। ਉਹ ਕਹਿੰਦੇ ਸਮਾਨ ਬਾਅਦ 'ਚ ਆਉਂਦਾ ਰਹੂਗਾ, ਪਰ ਤੁਸੀਂ ਅੱਜ ਸ਼ਾਮ ਤਾਈਂ ਵਾਪਸ ਜਦੋਂ ਜਾਣਾ ਤਾਂ ਅੰਮ੍ਰਿਤਸਰ ਜਾਣਾ। ਸੋ ਉਸ ਕਰਕੇ ਮੇਰੀ ਡਿਊਟੀ ਅੰਮ੍ਰਿਤਸਰ ਹੋ ਗਈ ਔਰ ਇਹ ਵੀ ਦੇਖੋ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਜੋ ਜਿਸ ਤਰ੍ਹਾਂ ਉਹਨੇ ਕਰਾਉਣਾ ਹੁੰਦਾ ਔਰ ਉੱਥੇ ਅੰਮ੍ਰਿਤਸਰ ਡਿਊਟੀ ਲੱਗਣ ਕਰਕੇ ਮੈਨੂੰ ਹੋਰ ਜ਼ਿਆਦਾ ਐਕਸਪੋਜ਼ਰ ਮਿਲ ਗਿਆ ਕਿਉਂਕਿ ਇੱਕ ਆਪਣੇ ਪ੍ਰਥਾ ਹੈਗੀ ਜਦੋਂ ਵੀ ਕੋਈ ਪ੍ਰਾਈਮ ਮਿਨਿਸਟਰ ਚੇਂਜ ਹੁੰਦੇ ਨੇ, ਪ੍ਰਾਈਮ ਮਿਨਿਸਟਰ ਜੁਆਇਨ, ਉਹ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਨੇ ਤੇ ਉਸ ਸਮੇਂ ਦੇ ਵਿੱਚ ਜਲਦੀ ਪ੍ਰਾਈਮ ਮਿਨਿਸਟਰ ਚੇਂਜ ਹੋਏ ਤੇ ਉਹ ਪ੍ਰਾਈਮ ਮਿਨਿਸਟਰ ਦੇ ਵਿਜ਼ਿਟ ਦੇਖਣ ਦਾ ਦਰਬਾਰ ਸਾਹਿਬ 'ਚ ਮੈਨੂੰ ਇੱਕ ਮੌਕਾ ਮਿਲਿਆ। ਸਰ ਤੁਹਾਡੀ ਮੈਰਿਜ ਲਾਈਫ, ਤੁਹਾਡੀ ਮੈਰਿਜ ਕਿਹੜੇ ਸੰਨ 'ਚ ਹੋਈ ਸੀ? ਮੇਰੀ ਜਿਹੜੀ ਮੈਰਿਜ ਹੋਈ ਉਹ ਸਾਡੇ ਫੈਮਿਲੀ ਫਰੈਂਡਸ ਸੀਗੇ, ਉਹਨਾਂ ਦੇ ਬੇਟੀ ਨਾਲ ਹੀ ਹੋਈ ਤੇ ਉਹ ਜਦੋਂ ਮੈਂ ਆਪਣੀ ਟ੍ਰੇਨਿੰਗ ਹੈਦਰਾਬਾਦ 'ਚ ਕੰਪਲੀਟ ਕਰ ਲਈ ਸੀ, ਫੇਜ਼ 1 ਕਰ ਲਿਆ ਸੀ, ਉਸ ਤੋਂ ਬਾਅਦ 21 ਜਨਵਰੀ 1996 ਨੂੰ ਮੈਰਿਜ ਹੋਈ। ਸਰ ਤੁਸੀਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ 'ਚ ਰਹੇ ਹੋ, ਤੁਹਾਨੂੰ ਪੰਜਾਬ ਪੁਲਿਸ 'ਚ ਪ੍ਰੋਬਲਮ ਬੜੀ ਆਉਂਦੀ ਹੈ, ਕੋਈ ਨਾ ਕੋਈ ਚਾਹੇ ਸਰਕਾਰੀ ਚਾਹੇ ਪੋਲੀਟੀਕਲ ਪ੍ਰੈਸ਼ਰ ਪੈਂਦਾ, ਕੁਝ ਪੈਂਦਾ, ਤੁਹਾਨੂੰ ਸਭ ਤੋਂ ਜ਼ਿਆਦਾ ਤਕਲੀਫ ਜਾਂ ਤੁਹਾਨੂੰ ਸਭ ਤੋਂ ਅੱਛਾ ਜ਼ਿਲ੍ਹਾ ਕਿਹੜਾ ਲੱਗਿਆ ਤੁਹਾਨੂੰ ਕਿ ਵੀ ਮੈਂ ਇੱਥੇ ਬੜਾ ਪੀਸਫੁਲੀ ਬੜਾ ਮੈਂ ਆਪਣਾ ਤੇ ਇੱਕ ਸਿਸਟਮ ਬਣਾ ਕੇ ਰੱਖਿਆ? ਦੇਖੋ ਇਹਦੇ ਵੱਲ ਕੋਈ ਦੋ ਰਾਇ ਨਹੀਂ ਕਿ ਮੇਰਾ ਸਾਰਿਆਂ ਨਾਲੋਂ ਅੱਛਾ ਜ਼ਿਲ੍ਹਾ ਔਰ ਮੈਨੂੰ ਸਾਰਿਆਂ ਨਾਲੋਂ ਜ਼ਿਆਦਾ ਪਿਆਰ ਜਿਸ ਜ਼ਿਲ੍ਹੇ ਨਾਲ ਰਿਹਾ ਉਹ ਪਟਿਆਲਾ ਹੈਗਾ ਔਰ ਪਟਿਆਲੇ ਨਾਲ ਮੇਰਾ ਕੁਛ ਇਸ ਤਰ੍ਹਾਂ ਦਾ ਲਗਾਵ ਰਿਹਾ ਕਿ ਮੇਰੀ ਸਰਵਿਸ ਦੇ ਕੋਈ ਮੇਰੀ 26 ਸਾਲ ਦੀ ਨੌਕਰੀ ਹੋ ਗਈ, ਉਹਦੇ 'ਚ 3.5 ਸਾਲ ਮੈਂ ਉੱਥੇ SSP, 3.5 ਪੌਣੇ 4 ਸਾਲ SSP ਰਿਹਾ, ਉਸ ਤੋਂ ਬਾਅਦ ਫਿਰ ਮੈਂ 2.5 ਪੌਣੇ 3 ਸਾਲ IG ਰਿਹਾ ਤੇ ਕੁੱਲ ਮਿਲਾ ਕੇ 6.5 ਸਾਲ ਆਲਮੋਸਟ 7 ਸਾਲ ਦੀ ਨੌਕਰੀ ਪਟਿਆਲੇ ਦੀ ਔਰ ਪਟਿਆਲਾ ਮੈਨੂੰ ਬਹੁਤ ਅੱਛਾ ਰਿਹਾ ਔਰ ਪਟਿਆਲੇ ਦੇ ਨਾਲ ਸੰਗਰੂਰ ਮੇਰਾ ਆਪਣਾ ਜ਼ਿਲ੍ਹਾ ਹੈਗਾ ਔਰ ਸੰਗਰੂਰ 'ਚ ਵੀ ਮੈਨੂੰ ਸੁਭਾਗ ਪ੍ਰਾਪਤ ਹੋਇਆ ਆਪਣੇ ਜ਼ਿਲ੍ਹੇ 'ਚ ਕੰਮ ਕਰਨ ਦਾ। ਸਰ ਜਿਵੇਂ ਤੁਸੀਂ ਇੱਥੇ ਤੁਹਾਡੀ ਪ੍ਰਮੋਸ਼ਨ ਹੁੰਦੀ ਹੈ, ਤੁਹਾਡੀ ਇਹ ਪ੍ਰਮੋਸ਼ਨ ਤੁਹਾਡੀ ਸੀਨੀਅਰਟੀ ਵਾਈਜ਼ ਹੁੰਦੀ ਹੈ ਜਾਂ ਕਿਸ ਕਰਦੇ ਤੁਹਾਡੀ? ਦੇਖੋ ਸਾਡੀ ਜਿਹੜੀ IPS ਦੀ ਪ੍ਰਮੋਸ਼ਨ ਆ ਟਾਈਮ ਸਕੇਲ ਪ੍ਰਮੋਸ਼ਨ ਆ, ਜਦੋਂ ਤੁਸੀਂ ਆਪਣਾ ਕੁਛ ਟਾਈਮ ਸਰਵਿਸ ਦਾ ਕੰਪਲੀਟ ਕਰ ਲੈਂਦੇ ਹੋ ਉਸ ਤੋਂ ਬਾਅਦ ਤੁਹਾਡੀ ਨੈਕਸਟ ਪ੍ਰਮੋਸ਼ਨ ਹੋ ਜਾਂਦੀ ਹੈ। ਨੋਰਮਲੀ ਦੇਖੋ 4 ਸਾਲ ਬਾਅਦ ASP ਤੋਂ ਤੁਸੀਂ SP ਬਣ ਜਾਂਦੇ ਹੋ ਔਰ 14 ਸਾਲ ਬਾਅਦ ਤੁਸੀਂ DIG ਬਣ ਜਾਂਦੇ ਹੋ, 18 ਸਾਲ ਬਾਅਦ ਤੁਸੀਂ IG ਬਣ ਜਾਂਦੇ ਹੋ, 24 ਸਾਲ ਬਾਅਦ ਤੁਸੀਂ ADGP ਬਣ ਜਾਂਦੇ ਹੋ ਔਰ 30 ਸਾਲ ਬਾਅਦ ਤੁਸੀਂ DGP ਬਣ ਜਾਂਦੇ ਹੋ। ਇਹ ਪ੍ਰਮੋਸ਼ਨ ਕਈ ਵਾਰੀ ਵੈਕੈਂਸੀਆਂ 'ਤੇ ਵੀ ਡਿਪੈਂਡ ਕਰਦੀ ਹੈ, ਕਈ ਵਾਰੀ ਜਦੋਂ ਵੈਕੈਂਸੀ ਨਹੀਂ ਹੁੰਦੀ ਤਾਂ ਈਵਨ ਦੋ ਟਾਈਮ ਸਕੇਲ ਦੇ ਮੁਤਾਬਕ ਤੁਸੀਂ ਪ੍ਰਮੋਟ ਹੋਣੇ ਚਾਹੀਦੇ ਹੋ ਪਰ ਵੈਕੈਂਸੀ ਨਾ ਹੋਣ ਕਰਕੇ ਤੁਹਾਡੀ ਪ੍ਰਮੋਸ਼ਨ ਨਹੀਂ ਹੋ ਪਾਉਂਦੀ ਹੈਗੀ। ਸੋ ਇਹ ਟਾਈਮ ਸਕੇਲ ਕਮ ਅਵੇਲੇਬਿਲਿਟੀ ਆਫ ਵੈਕੈਂਸੀ 'ਤੇ ਡਿਪੈਂਡੈਂਟ ਆ। ਸਰ ਕੋਈ ਐਸਾ ਸਮਾਂ ਵੀ ਆਇਆ ਤੁਹਾਡੇ ਉੱਪਰ ਕਿ ਤੁਹਾਡੀ ਪ੍ਰਮੋਸ਼ਨ ਡਿਊ ਹੋਵੇ
ਤੇ ਤੁਹਾਨੂੰ ਤੁਹਾਡੀ ਪ੍ਰਮੋਸ਼ਨ ਨੂੰ ਡਿਲੇ ਕਰ ਦਿੱਤਾ ਗਿਆ ਜਾਂ ਨਹੀਂ ਕਰ ਪਾਏ ਹੋ ਕੋਈ ਕਾਰਨਾਂ ਕਰਕੇ? ਕੋਈ ਹੈ, ਕੋਈ ਸਮਾਂ ਆਇਆ ਸੀ ਐਸਾ ਤੁਹਾਡੇ ਉੱਪਰ? ਨਹੀਂ, ਇਹ ਬੇਸਿਕਲੀ ਇਹ ਸਾਰੀਆਂ ਐਡਮਿਨਿਸਟ੍ਰੇਟਿਵ ਚੀਜ਼ਾਂ ਹੁੰਦੀਆਂ ਨੇ। ਐਡਮਿਨਿਸਟ੍ਰੇਟਿਵ ਵੈਕੈਂਸੀਆਂ ਜਦੋਂ ਅਰਾਈਜ਼ ਹੁੰਦੀਆਂ ਨੇ ਉਦੋਂ ਪ੍ਰਮੋਸ਼ਨ ਹੋ ਜਾਂਦੀ ਹੈ। ਪਰ ਕਈ ਵਾਰੀ ਕੁਛ ਵਾਰੀ ਇਹ ਹੁੰਦਾ, ਜਿਸ ਤਰ੍ਹਾਂ ਮੈਂ ਇੱਥੇ ਜਦੋਂ 2007 'ਚ ਮੈਂ ਇੱਥੋਂ ਗਿਆ ਤਾਂ ਮੇਰੀ ਪ੍ਰਮੋਸ਼ਨ ਡਿਊ ਸੀਗੀ ਅਤੇ ਮੈਨੇ ਜਾਂਦੇ ਹੀ ਮੈਨੂੰ IB ਦੇ ਵਿੱਚ ਮੈਂ ਡੈਪੂਟੇਸ਼ਨ 'ਤੇ ਗਿਆ ਇੰਟੈਲੀਜੈਂਸ ਬਿਊਰੋ, ਅਤੇ 2008 ਦੇ ਵਿੱਚ ਮੈਂ ਉੱਥੇ DIG ਰੈਂਕ 'ਚ ਹੋ ਗਿਆ। ਜਦ ਕਿ ਮੇਰੇ ਇੱਥੇ ਨਾਲ ਦੇ ਸਾਥੀ ਉਹਨਾਂ ਨੂੰ 2010 'ਚ ਜਾ ਕੇ DIG ਬਣੇ। ਅਤੇ ਉਸ ਤਰ੍ਹਾਂ ਹੀ ਜਦੋਂ ਮੈਂ IB ਤੋਂ ਵਾਪਸ ਆਇਆ 2012 ਦੇ ਵਿੱਚ ਤਾਂ ਦਸੰਬਰ 11 'ਚ ਮੇਰੀ IG ਦੀ ਪ੍ਰਮੋਸ਼ਨ ਹੋ ਗਈ ਸੀਗੀ ਅਤੇ ਮੈਂ ਬਤੌਰ IG ਵਾਪਸ ਆਇਆ। ਅਤੇ ਬਤੌਰ IG ਵਾਪਸ ਆਉਣ ਤੋਂ ਬਾਅਦ ਫਿਰ ਇੱਥੇ 2018 ਦੇ ਵਿੱਚ ਸਾਡੇ ਬੈਚਮੇਟ ਜਿਹੜੇ ਇੰਡੀਆ 'ਚ ਅਲੱਗ-ਅਲੱਗ ਜਗ੍ਹਾ 'ਤੇ ਨੇ ਉਹਨਾਂ ਦੀ ਕੁਛ ਦੀ ਪ੍ਰਮੋਸ਼ਨ ਹੋ ਗਈ ਸੀ, ਪਰ ਸਾਡੀ ਪ੍ਰਮੋਸ਼ਨ 2020 'ਚ ਜਾ ਕੇ ਹੋਈ ਕਿਉਂਕਿ ਇੱਥੇ ਪੰਜਾਬ 'ਚ ਵੈਕੈਂਸੀਆਂ ਨਹੀਂ ਸੀਗੀਆਂ। ਬੈਚ ਬਹੁਤ ਵੱਡਾ ਆ ਗਿਆ ਸੀ। ਸਾਡਾ ਜਿਹੜਾ ਬੈਚ ਆਇਆ 94 ਦਾ ਉਹ ਅੱਤਵਾਦ ਤੋਂ ਬਾਅਦ ਆਇਆ, ਔਰ ਜੋ ਕਾਡਰ ਦੀ ਐਕਸਪੈਂਸ਼ਨ ਅੱਤਵਾਦ 'ਚ ਹੋਈ ਸੀ ਉਹ ਸਾਰਾ ਬੈਚ ਇਕੱਠਾ ਹੋਣ ਕਰਕੇ ਵੈਕੈਂਸੀਆਂ ਘੱਟ ਹੋ ਗਈਆਂ ਸੀ। ਤੁਸੀਂ ਇੱਕ ਗੱਲ ਕਹੀ ਆ ਹੁਣ ਕਿ ਮੇਰੀ 26 ਸਾਲ ਦੀ ਸਰਵਿਸ ਹੋ ਗਈ। ਰਾਏ ਸਾਹਿਬ, ਤੁਹਾਡੇ 26 ਸਾਲ ਦੇ ਵਿੱਚ ਕੋਈ ਸਮਾਂ ਐਸਾ ਆਇਆ ਕਿ ਵੀ ਕੋਈ ਐਸਾ ਪਲ ਆਇਆ ਕਿ ਵੀ ਤੁਸੀਂ ਸੋਚਿਆ ਹੋਵੇ ਕਿ ਯਾਰ ਮੈਂ ਪੰਜਾਬ ਪੁਲਿਸ ਦੀ ਨੌਕਰੀ ਕਰ ਰਿਹਾ ਕਿ ਮੈਂ ਸਟੈਪ ਗਲਤ ਲਿਆ ਜਾਂ ਠੀਕ ਲਿਆ? ਇਹ ਕੋਈ ਐਸਾ ਆਇਆ ਪਲ ਤੁਹਾਡੇ? ਨਹੀਂ, ਇਹ ਫਿਰ ਤੁਸੀਂ ਕਹੋਗੇ ਮੈਨੂੰ ਰੱਬ 'ਤੇ ਬਹੁਤ ਜ਼ਿਆਦਾ ਵਿਸ਼ਵਾਸ ਆ, ਔਰ ਮੈਨੂੰ ਇਹ ਵਿਸ਼ਵਾਸ ਆ ਜੋ ਉਹ ਕਰ ਰਿਹਾ ਉਹ ਮੇਰੇ ਚੰਗੇ ਲਈ ਕਰ ਰਿਹਾ ਔਰ ਮੇਰੇ ਭਲਾਈ ਲਈ ਕਰ ਰਿਹਾ। ਔਰ ਜਦੋਂ ਵੀ ਕੋਈ ਇਹੋ ਜਿਹੀ ਸਥਿਤੀ ਆਈ ਜਿੱਥੇ ਮੈਨੂੰ ਲੱਗਿਆ, ਜਿੱਥੇ ਲੋਕਾਂ ਨੇ ਕਿਹਾ ਵੀ ਹੁਣ ਇਹਦਾ ਨੁਕਸਾਨ ਹੋ ਰਿਹਾ, ਉਹ ਨੁਕਸਾਨ ਦੀ ਜਗ੍ਹਾ 'ਤੇ ਮੇਰਾ ਫਾਇਦਾ ਹੋਇਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ 2007 'ਚ ਜਦੋਂ ਪੰਜਾਬ ਦੇ ਵਿੱਚ ਮੈਨੂੰ ਵਿਦਆਊਟ ਪੋਸਟਿੰਗ, ਵਿਦਆਊਟ ਐਨੀ ਆਫਿਸ ਕਰ ਦਿੱਤਾ ਗਿਆ, ਤਾਂ ਮੈਂ IB ਦੇ ਵਿੱਚ ਇੰਟੈਲੀਜੈਂਸ ਬਿਊਰੋ ਦੇ ਵਿੱਚ ਡੈਪੂਟੇਸ਼ਨ 'ਤੇ ਚਲਾ ਗਿਆ ਔਰ ਮੈਨੂੰ ਸੁਭਾਗ ਪ੍ਰਾਪਤ ਹੋਇਆ 5 ਸਾਲ ਦੀ ਨੌਕਰੀ IB ਦੇ ਵਿੱਚ ਕਰਨ ਦਾ, ਜਿਹਦੇ ਤਹਿਤ ਮੈਂ ਦਿੱਲੀ ਦੇ ਵਿੱਚ ਜੋ ਮੇਰੀਆਂ ਇੱਕ ਤਮੰਨਾਵਾਂ ਸੀਗੀਆਂ ਕਿ ਮੈਂ ਕਦੇ ਨਾਰਥ ਬਲਾਕ 'ਚ ਬੈਠ ਕੇ ਕੰਮ ਕਰਾਂ, ਮੇਰੀ ਤਮੰਨਾ ਸੀ ਮੈਂ ਪੰਡਾਰਾ ਰੋਡ 'ਤੇ ਰਹਾਂ, ਉਹ ਮੇਰੀਆਂ ਤਮੰਨਾਵਾਂ ਵੀ ਪੂਰੀਆਂ ਹੋਈਆਂ ਔਰ ਮੈਨੂੰ ਇੱਕ ਪ੍ਰੋਫੈਸ਼ਨਲ ਐਕਸਪੋਜ਼ਰ ਬਹੁਤ ਅੱਛਾ ਮਿਲ ਗਿਆ, ਜਿਹੜਾ ਕਿ ਆਇਆ ਜੇ ਮੈਂ ਇੱਥੇ ਰਹਿੰਦਾ ਤਾਂ ਮੈਨੂੰ ਉਹ ਐਕਸਪੋਜ਼ਰ ਨਹੀਂ ਸੀ ਮਿਲਣਾ ਜਿਹੜਾ ਕਿ ਮੈਨੂੰ IB 'ਚ ਰਹਿੰਦੇ ਆਲ ਇੰਡੀਆ ਪਰਸਪੈਕਟਿਵ ਇੱਕ ਇੰਟਰਨੈਸ਼ਨਲ ਐਕਸਪੋਜ਼ਰ ਮਿਲ ਗਿਆ। ਉਹ ਮੈਂ ਕਹੂੰਗਾ ਕਿ ਹਮੇਸ਼ਾ ਇਹ ਮੇਰੀ ਸੋਚਣੀ ਰਹੀ ਹੈ, ਜਦੋਂ ਵੀ ਕੋਈ ਭੀੜ ਆਵੇ ਜਾਂ ਕੋਈ ਆਬਸਟੀਕਲ ਆਵੇ ਉਹਨੂੰ ਭੀੜ ਨਹੀਂ ਮੰਨਣਾ, ਉਹਨੂੰ ਵਾਹਿਗੁਰੂ ਦੀ ਜੇ ਤੁਸੀਂ ਕਿਰਪਾ ਮੰਨੋਗੇ ਤਾਂ ਉਹ ਕਿਰਪਾ ਹੀ ਬਣ ਜਾਂਦੀ ਹੈ। ਜੇ ਉਹਨੂੰ ਤੁਸੀਂ ਭੀੜ ਮੰਨੋਗੇ ਜਾਂ ਉਹਨੂੰ ਤੁਸੀਂ ਮਾੜਾ ਮੰਨੋਗੇ, ਜਿਸ ਤਰ੍ਹਾਂ ਦੀ ਆਪਣੀ ਸੋਚ ਹੁੰਦੀ ਹੈ, ਜਿਸ ਚੀਜ਼ ਨੂੰ ਆਪਾਂ ਜਿਸ ਤਰ੍ਹਾਂ ਲੈਂਦੇ ਹਾਂ ਉਸ ਤਰ੍ਹਾਂ ਦੀ ਉਹ ਚੀਜ਼ ਬਣ ਜਾਂਦੀ ਹੈ। ਰਾਏ ਸਾਹਿਬ, ਜਿਵੇਂ ਤੁਹਾਡੇ ਹੁਣ ਜੂਨੀਅਰ ਵੀ ਬੰਦੇ ਹੈ ਤੁਹਾਡੇ ਸਟਾਫ ਦੇ, ਤੁਹਾਡੇ ਮੁਲਾਜ਼ਮ, ਕੋਈ ਇੰਸਪੈਕਟਰ ਰੈਂਕ ਹੈ, ਕੋਈ DSP 'ਤੇ ਹੈ, ਕੋਈ SP ਰੈਂਕ 'ਤੇ ਹੈ, ਇਹਨਾਂ ਦੀ ਜੋ ਪ੍ਰਮੋਸ਼ਨ ਹੁੰਦੀ ਆ ਜਾਂ ਇਹਨਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ, ਤੁਹਾਡੇ ਮਨ 'ਚ ਕਦੀ ਆਇਆ ਕਿ ਵੀ ਮੈਂ ਇਸ ਦੀ ਪ੍ਰਮੋਸ਼ਨ ਨਾ ਹੋਣ ਦੇਵਾਂ ਜਾਂ ਵੀ ਇਹਨਾਂ ਦਾ ਮੈਂ ਕੰਮ ਨਾ ਹੋਣ ਦੇਵਾਂ ਕੋਈ, ਜਾਂ ਉਹਨਾਂ ਤੁਸੀਂ ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਰੂਟੀਨ 'ਚ ਕਰਦੇ ਹੋ? ਤੁਹਾਡੀ ਕੀ ਉਹਦੇ ਬਾਰੇ? ਦੇਖੋ, ਇਹ ਜਦੋਂ ਮੈਂ ਅੰਮ੍ਰਿਤਸਰ IB ਦੀ ਨੌਕਰੀ ਕਰ ਰਿਹਾ ਸੀਗਾ ਅਤੇ ਅੰਮ੍ਰਿਤਸਰ ਕਿਉਂਕਿ ਆਪਣਾ ਸਿੱਖੀ ਦਾ ਕੇਂਦਰ ਆ, ਉੱਥੇ ਬਹੁਤ ਔਰ ਆਪਣੀ ਸਿੱਖੀ ਜਿਹੜੀ ਉੱਥੋਂ ਹੀ ਸ਼ੁਰੂ ਹੋਈ, ਉਹ ਉਸ ਏਰੀਏ 'ਚ ਖਡੂਰ ਸਾਹਿਬ, ਆਪਣਾ ਖਡੂਰ ਸਾਹਿਬ ਹੈਗਾ, ਗੋਇੰਦਵਾਲ ਸਾਹਿਬ ਹੈਗਾ, ਉਹ ਸਾਰੇ ਏਰੀਏ 'ਚ। ਅਤੇ ਇੱਕ ਚੀਜ਼ ਉੱਥੇ ਮੈਂ ਜਿਹੜੀ ਸਿੱਖੀ ਕਿ ਕਰ ਭਲਾ ਹੋ ਭਲਾ, ਤੋ ਆਪਾਂ ਨੂੰ ਜੇ ਵਾਹਿਗੁਰੂ ਨੇ ਕੋਈ ਕਿਰਪਾ ਕੀਤੀ ਹੈਗੀ ਆ, ਕੋਈ ਮੌਕਾ ਦਿੱਤਾ, ਤਾਂ ਆਪਾਂ ਨੂੰ ਹਰ ਇੱਕ ਦਾ ਭਲਾ ਕਰਨ ਦੀ ਉਪਰਾਲਾ ਕਰਨਾ ਚਾਹੀਦਾ। ਪਰ ਕਈ ਵਾਰੀ ਇਹ ਵੀ ਹੁੰਦਾ ਕਿ ਆਪਣਾ ਲੋਕ ਤੁਹਾਡੇ ਤੋਂ ਇਸ ਤਰ੍ਹਾਂ ਦੇ ਕਾਰਜ ਮੰਗ ਲੈਂਦੇ ਨੇ, ਇਹੋ ਜਿਹਾ ਕੋਈ ਅੱਛੀ ਜੋ ਉਹਨਾਂ ਦੇ ਭਾਵ 'ਚ ਅੱਛੀ ਹੁੰਦੀ ਹੈ ਉਹ ਮੰਗ ਲੈਂਦੇ ਨੇ, ਉਹ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਦੇ ਨਾਲ ਦੂਜਿਆਂ ਦੇ ਵਿੱਚ ਹਾਰਟ ਬਰਨਿੰਗ ਹੁੰਦੀ ਹੈ। ਇੱਕ ਕਾਇਦਾ ਕਾਨੂੰਨ ਪੁਲਿਸ ਦੇ ਵਿੱਚ ਬਣਿਆ ਹੈਗਾ,
ਉਹ ਕਾਇਦੇ ਕਾਨੂੰਨ ਦੇ ਮੁਤਾਬਕ ਹੀ ਆਪਾਂ ਨੂੰ ਪ੍ਰਮੋਸ਼ਨ, ਔਰ ਜੇ ਆਪਾਂ ਕਿਸੇ ਦਾ ਭਲਾ ਕਰ ਸਕੀਏ ਉਹਦੇ ਤੋਂ ਆਪਾਂ ਨੂੰ ਕਦੇ ਵੀ ਉਹ ਨਹੀਂ ਕਰਨਾ ਚਾਹੀਦਾ, ਪਿੱਛੇ ਨਹੀਂ ਹਟਣਾ ਚਾਹੀਦਾ। ਰਾਏ ਸਾਹਿਬ, ਇੱਕ ਆਮ ਦੇਖਣ ਨੂੰ ਮਿਲਦਾ ਤਾਂ ਸੁਣਿਆ ਵੀ ਬਹੁਤ ਹੈ ਕਿ ਵੀ ਪੰਜਾਬ ਪੁਲਿਸ 'ਚ ਪੋਲੀਟੀਕਲ ਦਾ ਪ੍ਰੈਸ਼ਰ ਬਹੁਤ ਹੁੰਦਾ ਹੈ, ਜਿਸ ਕਰਕੇ ਕੁਝ ਕੰਮ ਐਸੇ ਨੇ ਕਿ ਵੀ ਤੁਹਾਡੀਆਂ ਕੁਝ ਮਜਬੂਰੀਆਂ ਬਣ ਜਾਂਦੀਆਂ, ਉਹ ਤੁਸੀਂ ਫਿਰ ਕਿੱਦਾਂ ਹੈਂਡਲ ਕਰਦੇ ਹੋ? ਦੇਖੋ, ਮੇਰੀ ਜੋ ਸੋਚਣੀ ਹੈਗੀ ਆ, ਮੈਂ ਕਦੇ ਵੀ ਇਹ ਨਹੀਂ ਸੋਚਿਆ ਕਿ ਜਿਹੜਾ ਮੈਨੂੰ ਹੀ ਸਾਰਾ ਕੁਝ ਪਤਾ। ਮੇਰਾ ਜਿਹੜਾ ਪਰਸਪੈਕਟਿਵ ਆ, ਮੇਰਾ ਪਰਸਪੈਕਟਿਵ ਹੁੰਦਾ ਕਿ ਮੈਂ ਕਾਨੂੰਨ ਦੇ ਬਾਰੇ ਜਾਣਦਾ, ਮੈਂ ਕਾਇਦੇ ਦੇ ਬਾਰੇ ਜਾਣਦਾ, ਪਰ ਲੋਕਾਂ ਦੀ ਜਿਹੜੀ ਨਬਜ਼ ਪਛਾਣੀ, ਲੋਕਾਂ ਦੀਆਂ ਜਿਹੜੀਆਂ ਐਸਪੀਰੇਸ਼ਨਸ ਨੂੰ ਅੱਗੇ ਲੈ ਕੇ ਆਉਣਾ, ਲੋਕਾਂ ਦੀ ਭਾਵਨਾਵਾਂ ਨੂੰ ਅੱਗੇ ਲੈ ਕੇ ਆਉਣਾ, ਉਹ ਜਨਰਲੀ ਆਪਣੇ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਪੋਲੀਟੀਕਲ ਲੀਡਰ ਹੁੰਦੇ ਨੇ ਉਹ ਅੱਗੇ ਲੈ ਕੇ ਆਉਂਦੇ ਨੇ। ਸੋ ਮੈਂ ਇਹਨੂੰ ਕਦੇ ਵੀ ਵਨ ਵਰਸਸ ਦਾ ਅਦਰ ਨਹੀਂ ਮੰਨਦਾ। ਮੈਂ ਹਮੇਸ਼ਾ ਕੋਸ਼ਿਸ਼ ਹੁੰਦੀ ਆ ਮੇਰੀ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਕਿ ਪੋਲੀਟੀਕਲ ਪਾਰਟੀ ਜਾਂ ਕੋਈ ਪੋਲੀਟੀਕਲ ਲੀਡਰ ਐਕਸਪ੍ਰੈਸ ਕਰ ਰਿਹਾ, ਉਹਨੂੰ ਇੱਕ ਕਾਇਦੇ ਦੇ ਮੁਤਾਬਕ, ਜਿਹੜੀ ਇੱਕ ਪਰਮਾਨੈਂਟ ਇੰਸਟੀਟਿਊਸ਼ਨ ਬਣੇ ਹੋਏ ਨੇ, ਆਪਣੇ ਲਾਅ ਬਣਿਆ ਹੋਇਆ, ਉਹਦੇ ਮੁਤਾਬਕ ਕਿਸ ਤਰ੍ਹਾਂ ਢਾਲਣਾ ਤਾਂ ਕਿ ਮੈਕਸਿਮਮ ਫਾਇਦਾ ਆਪਾਂ ਲੋਕਾਂ ਨੂੰ ਦੇ ਪਾਈਏ। ਸੋ ਕਨਫਲਿਕਚੁਅਲ ਸਿਚੁਏਸ਼ਨ ਮੇਰੇ ਨਾਲ ਬਹੁਤ, ਕਦੇ ਵੀ ਮੈਂ ਕਿਸੇ ਨਾਲ ਕਨਫਲਿਕਟ 'ਚ ਨਹੀਂ ਗਿਆ। ਕੋਆਪਰੇਸ਼ਨ ਮੇਰਾ ਹੁੰਦਾ ਕਿ ਤੁਸੀਂ ਆਪਣਾ ਪੱਖ ਦੱਸੋ, ਮੈਂ ਆਪਣਾ ਪੱਖ ਦੱਸਦਾ, ਬੈਠ ਕੇ ਆਪਾਂ ਕੋਈ ਇਹੋ ਜਿਹਾ ਵਿੱਚੋਂ ਰਾਹ ਕੱਢੀਏ ਜਿਹਦੇ ਨਾਲ ਤੁਹਾਡਾ ਵੀ ਪੱਖ ਪੂਰਾ ਹੋ ਜਾਏ ਤੇ ਮੇਰਾ ਵੀ ਪੱਖ ਹੋ ਜਾਵੇ। ਰਾਏ ਸਾਹਿਬ, ਤੁਹਾਡੀ ਹੁਣ ਜਿਹੜੀ ਸਰਵਿਸ ਹੈ ਕਿੰਨੇ ਚਿਰ ਦੀ ਰਹਿ ਗਈ ਤੁਹਾਡੀ ਆਪਣੀ? ਮੇਰੀ ਜਿਹੜੀ ਰਿਟਾਇਰਮੈਂਟ ਹੈਗੀ ਹੈ ਜੀ, ਉਹ 2028 ਦੇ ਵਿੱਚ ਹੈਗੀ ਆ, ਔਰ ਕਿਉਂਕਿ ਮੇਰਾ ਮਈ ਦਾ ਜਨਮ ਹੈਗਾ, ਮਈ ਦੇ 31 ਮਈ ਜਿਹੜਾ ਕਿ ਬੁੱਧਵਾਰ ਦਾ ਦਿਨ ਆ, ਉਸ ਦਿਨ ਮੇਰੀ ਰਿਟਾਇਰਮੈਂਟ ਹੈਗੀ ਆ, 31 ਮਈ 2028। ਇਹਦੇ ਵਿੱਚ ਤੁਹਾਡੀਆਂ ਪ੍ਰਮੋਸ਼ਨਾਂ ਹੋਰ ਵੀ ਡਿਊ ਹੋਣਗੀਆਂ, ਉਹਦੇ ਬਾਰੇ ਦੱਸੋ। ਤੁਹਾਡੀ ਅੱਗੇ ਪ੍ਰਮੋਸ਼ਨਾਂ ਕਿਸ ਤਰ੍ਹਾਂ ਤੁਹਾਡੀਆਂ ਸੀਨੀਅਰਟੀ ਵਾਈਜ਼ ਹੋਣੀ ਹੈ? ਹਾਂ, ਦੇਖੋ, ਇਹ ਪ੍ਰਮੋਸ਼ਨਾਂ ਤਾਂ ਸੀਨੀਅਰਟੀ ਔਰ ਵੈਕੈਂਸੀ 'ਤੇ ਉਹ ਹੁੰਦੀਆਂ ਨੇ। ਕਾਇਦੇ ਦੇ ਮੁਤਾਬਕ ਮੇਰੀ ਜਨਵਰੀ 2024 ਨੂੰ ਮੇਰੀ 30 ਸਾਲ ਦੀ ਨੌਕਰੀ ਪੂਰੀ ਹੋ ਜਾਏਗੀ, ਔਰ ਜਨਵਰੀ 2024 ਤਾਈਂ ਤੋਂ ਬਾਅਦ ਮੈਂ ਡੀਜੀਪੀ ਦੇ ਰੈਂਕ ਦੇ ਵਿੱਚ ਨੌਕਰੀ ਕਰਨ ਲਈ ਉਪਲਬਧ ਹੋ ਜਾਵਾਂਗਾ। ਇਹ ਆਮ ਤੁਹਾਡੇ ਪੰਜਾਬ ਪੁਲਿਸ ਦੇ ਵਿੱਚ ਵੀ, ਆਮ ਇਨਸਾਨਾਂ 'ਚ ਵੀ, ਖੁਦ ਮੈਂ ਪਰਸਨਲ ਵੀ ਮੈਨੂੰ ਸੁਣਨ 'ਚ ਆਇਆ, ਔਰ ਬੜਾ ਉਹ ਇੱਕ ਸ਼ਬਦ ਬੋਲਦਾ ਤੁਹਾਡੇ ਬਾਰੇ ਕਿ ਰਾਏ ਸਾਹਿਬ ਬੜੇ ਯਾਰ ਸ਼ਰੀਫ ਇਨਸਾਨ ਨੇ। ਇਹਦਾ ਕਾਰਨ ਕੀ ਹੈ? ਉਹ ਸ਼ਰੀਫ ਸ਼ਬਦ ਕਿਉਂ ਯੂਜ਼ ਕਰਦੇ ਨੇ? ਉਹ ਕੋਈ ਇਸ ਤਰ੍ਹਾਂ ਦੀ ਭਾਵਨਾ ਨਹੀਂ ਹੁੰਦੀ ਕਿ ਇਹ ਕ੍ਰਿਮੀਨਲ ਆ ਜਾਂ ਕੋਈ ਬਹੁਤ ਮਾੜਾ ਹੈਗਾ। ਮੈਨੂੰ ਜਾਪਦਾ ਆਪਣਾ ਜੋ ਸਿੱਖੀ ਧਰਮ ਵੀ ਹੈਗਾ, ਉਹਦੇ 'ਚ ਵੀ ਆਪਾਂ ਨੂੰ ਇਹੀ ਸਿਖਾਇਆ ਜਾਂਦਾ ਵੀ ਤੁਸੀਂ ਬੁਰੇ ਨੂੰ, ਉਹਦੇ 'ਚੋਂ ਜਿਹੜੀ ਉਹਦੀ ਬੁਰਾਈ ਆ ਉਹਨੂੰ ਮਿਟਾਉਣਾ ਹੈਗਾ, ਅਤੇ ਉਹ ਜੇ ਤੁਸੀਂ ਦੂਜੇ ਬੁਰੇ ਬੰਦੇ 'ਚੋਂ ਉਹਦੀ ਬੁਰਾਈ ਮਿਟਾਉਣੀ ਹੈਗੀ ਤਾਂ ਤੁਸੀਂ ਬੁਰੇ ਹੋ ਕੇ ਨਹੀਂ ਮਿਟਾ ਸਕਦੇ, ਤੁਸੀਂ ਅੱਛੇ ਹੋ ਕੇ ਹੀ ਮਿਟਾ ਸਕਦੇ ਹੋ। ਸੋ ਕਿਸੇ ਦੀ ਬੁਰਾਈ ਨੂੰ ਬੁਰਾਈ ਨਾਲ ਨਹੀਂ ਖ਼ਤਮ ਕੀਤਾ ਜਾ ਸਕਦਾ। ਜੇ ਕੋਈ ਕ੍ਰਿਮੀਨਲ ਹੈਗਾ ਜਾਂ ਮਾੜਾ ਬੰਦਾ ਹੈਗਾ, ਉਹਨੂੰ ਜੇ ਤੁਸੀਂ ਕੱਢਣਾ ਹੈਗਾ ਤਾਂ ਉਹਨੂੰ ਤੁਹਾਨੂੰ ਅੱਛੇ ਹੋ ਕੇ ਕੱਢਿਆ ਜਾ। ਇਹ ਮੇਰੀ ਆਪਣੀ ਇੱਕ ਸੋਚ ਰਹੀ ਆ, ਔਰ ਮੈਂ ਇਸੇ ਧਾਰਨਾ 'ਤੇ ਹੀ ਆਪਣੀ ਨੌਕਰੀ ਕੀਤੀ ਆ ਕਿ ਕਿਸੇ ਨਾਲ ਇਹ ਨਹੀਂ, ਦਵੇਸ਼ ਨਹੀਂ ਰੱਖਣਾ ਕਿ ਇਹ ਤਾਂ ਇਸ ਤਰ੍ਹਾਂ ਦਾ ਬੰਦਾ ਹੈਗਾ। ਕੋਈ ਜੱਜਮੈਂਟ ਨਹੀਂ ਕਰਨੀ ਕਿਸੇ ਬਾਰੇ, ਕਿਉਂਕਿ ਹਰ ਇੱਕ ਇਨਸਾਨ, ਹਰ ਇੱਕ ਸਥਿਤੀ ਉਹ ਸਰਕਮਸਟਾਂਸਿਸ ਦੀ ਪ੍ਰੋਡਕਟ ਹੁੰਦੀ ਆ, ਔਰ ਤੇ ਤੁਸੀਂ ਉਸ ਸਰਕਮਸਟਾਂਸਿਸ ਦੇ ਵਿੱਚ ਕੀ ਲੈ ਕੇ ਜਾਂਦੇ ਹੋ ਉਹਦੇ 'ਤੇ ਨਿਰਭਰ ਕਰਦਾ। ਜੇ ਤੁਸੀਂ ਉਹਦੇ 'ਚ ਨੈਗੇਟਿਵਿਟੀ ਲੈ ਕੇ ਜਾਓਗੇ ਤਾਂ ਹੋਰ ਨੈਗੇਟਿਵਿਟੀ ਹੋ ਜਾਏਗੀ, ਜੇ ਤੁਸੀਂ ਉਹਦੇ 'ਚ ਪੋਜ਼ਿਟਿਵਿਟੀ ਲੈ ਕੇ ਜਾਓਗੇ ਤਾਂ ਉਹ ਨੈਗੇਟਿਵਿਟੀ ਰਿਡਿਊਸ ਹੋ ਜਾਏਗੀ। ਰਾਏ ਸਾਹਿਬ, ਆਪਾਂ ਨੂੰ ਵੀ ਕਾਫੀ ਸਮੇਂ ਤੋਂ ਆਪਣਾ ਮਿਲਾਪ ਹੈਗਾ, ਸਹਿਚਾਰ ਹੈਗਾ, ਅਤੇ ਮੈਂ ਵੀ ਸੁਣਿਆ ਅਤੇ ਮੈਂ ਦੇਖਿਆ ਵੀ ਆ, ਖੁਦ ਵੀ ਦੇਖਿਆ। ਮੈਨੂੰ ਆਪ ਜੀ ਕੋਲ ਬਹੁਤ ਵਾਰੀ ਮੈਂ ਆਪ ਜੀ ਕੋਲ ਆਇਆ, ਔਰ ਜਿੰਨੀ ਵਾਰੀ ਮੈਂ ਆਇਆ ਉੱਥੇ ਤਕਰੀਬਨ ਤੁਹਾਡੀਆਂ ਕੋਈ ਫਾਈਲ 'ਤੇ ਸਾਈਨ ਕਰਨੇ ਨੇ, ਜਾਂ ਤੁਸੀਂ ਕਿਸੇ ਨੂੰ ਵੀ ਤੁਸੀਂ ਡੀਲ ਕਰਦੇ ਹੋ, ਉਹ ਬੜੇ
ਮਾਣ ਨਾਲ, ਬੜੇ ਸਤਿਕਾਰ ਨਾਲ, ਬੜੇ ਪਿਆਰ ਨਾਲ ਉਹਦਾ ਕੰਮ ਕਰਦੇ ਹੋ। ਮੈਂ ਖੁਦ ਦੇਖਿਆ ਇਹ ਵੀ ਦੇਖਣ 'ਚ ਆਇਆ ਕਿ ਜੇ ਕਿਸੇ ਦੀ ਹੌਲਦਾਰ ਦੀ ਕੋਈ ਇਸ ਦੀ ਪ੍ਰਮੋਸ਼ਨ ਹੋਈ ਹੈ, ਤੁਸੀਂ ਤਾਂ ਬੜੇ ਪਿਆਰ ਨਾਲ, ਸਤਿਕਾਰ ਨਾਲ ਉਹਦੇ ਸਟਾਰ ਲਾਉਂਦੇ ਹੋ ਔਰ ਥੋੜੀ ਆ ਕੇ ਬਾਹਰ ਤਾਰੀਫ ਵੀ ਕਰਦੇ ਨੇ। ਤੁਹਾਨੂੰ ਉਸ ਟਾਈਮ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਵੀ ਮੇਰੇ ਕੋਲ ਆਏ ਨੇ ਤੇ ਮੇਰੇ ਇਹਨਾਂ ਨੂੰ ਮੈਂ ਪਿਆਰ ਦੇਵਾਂ? ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ ਹੋ? ਮੈਨੂੰ ਅੱਛਾ ਮਹਿਸੂਸ ਹੁੰਦਾ ਹੈ ਕਿਸੇ ਨੂੰ ਖੁਸ਼ੀ ਦੇ ਕੇ। ਤੁਹਾਡੀ ਆਪਣੀ ਖੁਸ਼ੀ ਉਤਪੰਨ ਹੁੰਦੀ ਹੈ ਜਦੋਂ ਕਿਸੇ ਨੂੰ ਤੁਸੀਂ ਦੁੱਖ ਦਿੰਦੇ ਹੋ ਤਾਂ ਉਹ ਦੁੱਖ ਤੁਹਾਡੇ 'ਤੇ ਵੀ ਆਉਂਦਾ ਹੈਗਾ। ਸੋ ਇਹ ਮੇਰਾ ਸੋਚਣਾ ਹੈਗਾ ਕਿ ਆਪਾਂ ਨੂੰ ਉਪਰਾਲਾ ਕਰਨਾ ਚਾਹੀਦਾ ਕਿ ਆਪਾਂ ਜਿੰਨੀ ਖੁਸ਼ੀ ਦੂਜਿਆਂ ਨੂੰ ਦਈਏ ਉਹ ਫਿਰ ਖੁਸ਼ੀ ਤੁਹਾਡੇ ਲਈ ਦੁੱਗਣੀ ਹੋ ਕੇ ਵਾਪਸ ਆਉਂਦੀ ਹੈ। ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਆਮ ਪਬਲਿਕ ਨੂੰ, ਸਮਾਜ ਨੂੰ? ਮੇਰਾ ਤਾਂ ਇੱਕ ਹੀ ਮੈਸੇਜ ਹੈਗਾ ਕਿ ਆਪਾਂ ਨੂੰ ਸੱਚੇ ਮਨੋਂ ਮਿਹਨਤ ਕਰਨੀ ਚਾਹੀਦੀ ਹੈ ਔਰ ਜਿਹੜੀ ਆਪਣੀ ਨੀਅਤ ਹੋਣੀ ਚਾਹੀਦੀ ਹੈ ਉਹ ਬਹੁਤ ਸਾਫ਼ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਦੀ ਆਪਣੀ ਨੀਅਤ ਹੋਏਗੀ ਉਸ ਤਰ੍ਹਾਂ ਦੀ ਆਪਾਂ ਨੂੰ ਰਿਜ਼ਲਟ ਮਿਲ ਜਾਣਗੇ। ਔਰ ਮੈਨੂੰ ਤੁਹਾਡਾ ਜਿਹੜਾ ਮੈਗਜ਼ੀਨ ਵੀ ਜਿਹੜਾ ਤੁਸੀਂ ਸ਼ੁਰੂ ਕੀਤਾ, ਸੋਚ ਦੀ ਸ਼ਕਤੀ, ਔਰ ਆਪਣਾ ਜਿਹੜਾ ਸੰਬੰਧ ਹੈਗਾ 2003 ਦਾ ਹੈਗਾ, ਜਦੋਂ ਮੈਂ ਪਟਿਆਲੇ ਜੁਆਇਨ ਕੀਤਾ ਨਵੰਬਰ 2003 'ਚ ਮੈਂ ਪਟਿਆਲਾ SSP ਜੁਆਇਨ ਕੀਤਾ। ਉਦੋਂ ਤੋਂ ਮੈਂ ਸਰ ਦਲਜੀਤ ਸਿੰਘ ਅਰੋੜਾ ਨਾਲ ਸੰਬੰਧਿਤ ਰਿਹਾ ਔਰ ਇਹਨਾਂ ਦਾ ਜਿਹੜਾ ਮੈਗਜ਼ੀਨ ਉਦੋਂ ਤੋਂ ਹੀ ਮੈਂ ਪੜ੍ਹਦਾ ਰਿਹਾ ਔਰ ਜਿਹੜੇ ਵੀ ਇਹਨਾਂ ਨੇ ਆਰਟੀਕਲ ਲਾਏ ਉਹ ਉੱਚ ਦਰਜੇ ਦੇ ਔਰ ਉਸ ਲੈਵਲ ਦੇ ਹੁੰਦੇ ਨੇ ਜਿਹੜੀ ਕਿ ਮੇਰੀ ਭਾਵਨਾ, ਮੈਂ ਸੋਚਦਾ ਹੈਗਾ ਕਿ ਆਪਾਂ ਜੇ ਆਪਣੀ ਸੋਚ ਨੂੰ ਉੱਤੇ ਚੱਕਾਂਗੇ ਤਾਂ ਆਪਣਾ ਸਮਾਜ ਉੱਤੇ ਜਾਏਗਾ। ਔਰ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਆਰਟੀਕਲ ਲਿਖੇ ਜਾਂਦੇ ਨੇ ਉਹ ਬਹੁਤ ਹੀ ਅੱਛੇ ਸੱਜਣਾ ਬੰਨਿਓ ਲਿਖੇ ਜਾਂਦੇ ਹੈਗੇ ਨੇ ਔਰ ਉਹਨਾਂ ਦਾ ਜਿਹੜਾ ਲੈਵਲ ਹੁੰਦਾ, ਮੈਂਟਲ ਲੈਵਲ ਹੁੰਦਾ, ਉਹ ਬਹੁਤ ਉੱਤੇ ਦਾ ਹੁੰਦਾ ਹੈਗਾ। ਸੋ ਹੁਣ ਜਿਸ ਤਰ੍ਹਾਂ ਜ਼ਮਾਨਾ ਬਦਲ ਰਿਹਾ ਹੈਗਾ, ਸਰ ਦਲਜੀਤ ਸਿੰਘ ਨੇ ਆਪਣਾ YouTube ਚੈਨਲ ਸ਼ੁਰੂ ਕਰ ਲਿਆ ਹੈਗਾ। ਇਹ ਟਾਈਮ ਨਾਲ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ। ਜਿਹੜਾ ਮੈਸੇਜ ਇਹ ਪਹਿਲਾਂ ਮੈਗਜ਼ੀਨ ਦੇ ਥਰੂ ਦਿੰਦੇ ਸੀ ਉਹ ਵੀ ਦੇ ਰਹੇ ਹੈਗੇ ਨੇ, ਪਰ ਨਾਲ ਦੀ ਨਾਲ ਹੁਣ ਇਹਨਾਂ ਨੇ YouTube ਦਾ ਜਿਹੜਾ ਚੈਨਲ ਸ਼ੁਰੂ ਕੀਤਾ, ਇਹਦੇ ਲਈ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਮੈਂ ਉਮੀਦ ਕਰਦਾ ਕਿ ਜਿਸ ਤਰ੍ਹਾਂ ਦਾ ਸਟੈਂਡਰਡ ਇਹਨਾਂ ਨੇ ਆਪਣੇ ਮੈਗਜ਼ੀਨ ਦੇ ਰੱਖਿਆ, ਆਪਣੇ ਰਸਾਲੇ 'ਚ ਰੱਖਿਆ, ਸੋਚ ਦੀ ਸ਼ਕਤੀ ਵਾਲੇ ਰਸਾਲੇ 'ਚ ਰੱਖਿਆ, ਉਹੀ ਭਾਵਨਾਵਾਂ, ਉਹੀ ਮੈਸੇਜ ਇਹ YouTube ਚੈਨਲ ਦੇ ਥਰੂ ਦਿੰਦੇ ਰਹਿਣਗੇ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਜੈ ਹਿੰਦ। ਧੰਨਵਾਦ ਸਰ ਰਾਏ ਸਾਹਿਬ, ਮਿਹਰਬਾਨੀ ਆਪ ਜੀ ਦੀ। ਥੈਂਕ ਯੂ।